ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਜੀ ਸਿੱਖੀ ਦੇ ਵਿੱਚ। ਇਹ ਜੋ ਫਿਲਾਸਫੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਉਸ ਦਾ ਮਕਸਦ ਸੀ ਕਿ ਇਹ ਸਾਰੀ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਗ੍ਰਹਿਣ ਕਰੀਏ ਤੇ ਚੰਗੇ ਇਨਸਾਨ ਬਣ ਸਕੀਏ। ਅੱਜ ਇਸ ਵਿਸ਼ੇ ਦੇ ਉੱਤੇ ਕਿ ਸੇਵਾ ਤੇ ਸਿਮਰਨ ਦੀ ਕੀ ਮਹੱਤਤਾ ਹੈ ਤੇ ਕਿਵੇਂ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਦਾ ਅੰਗ ਬਣਾਉਣਾ ਹੈ, ਇਸ ਸੰਬੰਧ ਵਿੱਚ ਆਓ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵਣ ਨਾਲ, ਜਿਹੜੇ ਕਿ ਅੱਜ ਕੱਲ੍ਹ ਸਰੀ ਵਿੱਚ ਆਏ ਹੋਏ ਨੇ। ਜੀ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤੋਂ ਪਹਿਲਾਂ ਭਾਈ ਸਾਹਿਬ ਕਿ ਸੇਵਾ ਤੇ ਸਿਮਰਨ ਦੇ ਕਨਸੈਪਟ ਬਾਰੇ ਗੱਲਬਾਤ ਕਰੀਏ, ਥੋੜਾ ਜਿਹਾ ਮੈਂ ਪਿਛੋਕੜ ਤੁਹਾਡਾ ਜਾਣਨਾ ਚਾਹਾਂਗਾ ਕਿ ਛੋਟੀ ਉਮਰ ਤੋਂ ਹੀ ਤੁਸੀਂ ਇਸ ਪਾਸੇ ਨੂੰ ਲੱਗੇ, ਕਿਉਂਕਿ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਸਾਡੇ ਨੌਜਵਾਨ ਹੁਣ ਪ੍ਰਚਾਰ ਵਾਲੇ ਪਾਸੇ ਆ ਕੇ ਸਿੱਖੀ ਦਾ ਪ੍ਰਚਾਰ ਦੁਨੀਆ ਭਰ ਵਿੱਚ ਕਰ ਰਹੇ ਨੇ। ਸੋ ਆਪਣਾ ਪਿਛੋਕੜ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ, ਮੇਰਾ ਪਿਛੋਕੜ ਜ਼ਿਲ੍ਹਾ ਪੰਜਾਬ ਦੇ ਵਿੱਚ ਜ਼ਿਲ੍ਹਾ ਜਲੰਧਰ ਨੂਰਮਹਿਲ ਦੇ ਲਾਗੇ ਪੈਂਦਾ ਪਿੰਡ ਤਲਵਣ, ਉੱਥੋਂ ਦਾ ਮੈਂ ਰਹਿਣ ਵਾਲਾ ਅਤੇ ਉਸੇ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਅਤੇ ਉਹ ਵੱਡਿਆਂ ਹੋਇਆ ਅਤੇ ਨੂਰਮਹਿਲ ਦੇ ਵਿੱਚ ਹੀ ਵਿੱਦਿਆ ਹਾਸਲ ਕੀਤੀ ਜੀ। ਅਤੇ ਉਸ ਤੋਂ ਉਪਰੰਤ ਫਿਰ ਕਥਾਵਾਚਕ ਦਾ ਡਿਪਲੋਮਾ ਕੀਤਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ ਤੋਂ। ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ ਜੀ ਉਹਨਾਂ ਨੇ ਪੜ੍ਹਾਇਆ ਅਤੇ ਉਹਨਾਂ ਦੀ ਬਦੌਲਤ, ਉਹਨਾਂ ਦਾ ਜੋ ਪੜ੍ਹਾਇਆ ਜੋ ਲਿਖਾਇਆ ਉਹਨਾਂ ਨੇ ਸਮਝਾਇਆ, ਉਸ ਦੀ ਬਦੌਲਤ ਅੱਜ ਇੱਥੋਂ ਤੱਕ ਪਹੁੰਚਿਆ ਜੀ। ਸੋ ਕੀ ਘਰ ਦੇ ਵਿੱਚ ਕੁਝ ਐਸੀ ਸੋਚ ਸੀ ਜਿਸ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਪ੍ਰਚਾਰ ਵਾਲੇ ਪਾਸੇ ਪਏ, ਜਾਂ ਤੁਸੀਂ ਇਹ ਇੱਕ ਅਨੋਖਾ ਹੀ ਵੱਖਰਾ ਹੀ ਰਸਤਾ ਜਿਹੜਾ ਆਪਣੇ ਵਾਸਤੇ ਚੁਣਿਆ? ਹਾਂਜੀ, ਮੇਰੇ ਪਿਤਾ ਜੀ ਸਰਦਾਰ ਜਰਨੈਲ ਸਿੰਘ ਜੀ ਜੋ ਪਿਛਲੇ ਕੁਝ ਮਹੀਨੇ ਪਹਿਲਾਂ ਚੜ੍ਹਾਈ ਕਰ ਗਏ, ਉਹ ਇਸ ਲਾਈਨ ਦੇ ਵਿੱਚ ਸਨ। ਉਹ ਕੁਝ ਸਮਾਂ ਪਹਿਲਾਂ ਉਹ ਕਵੀਸ਼ਰ ਸਨ। ਅੱਛਾ ਜੀ। ਤੇ ਇਸ ਗੱਲ ਦਾ ਥੋੜਾ ਮਨ ਤੇ ਪ੍ਰਭਾਵ ਵੀ ਸੀ। ਚਾਚਾ ਜੀ ਮੇਰੇ ਉਹ ਵੀ ਕਵੀਸ਼ਰ ਸਨ ਤੇ ਇਸ ਗੱਲ ਦਾ ਮਨ ਤੇ ਪ੍ਰਭਾਵ ਪਿਆ। ਤੇ ਹੋਰ ਕੁਝ ਪਿੰਡ ਦੇ ਵਿੱਚੋਂ ਕੁਝ ਗੁਰਮੁਖ ਪਿਆਰਿਆਂ ਦੀ ਸੰਗਤ ਮਿਲੀ, ਗਿਆਨੀ ਸੁਖਦੇਵ ਸਿੰਘ ਜੀ, ਜਤਿੰਦਰ ਸਿੰਘ ਜੀ, ਉਹਨਾਂ ਦੇ ਸੰਗਤ ਦੇ ਸਦਕਾ ਇਸ ਪਾਸੇ ਨੂੰ ਮਨ ਮੁੜ ਗਿਆ ਜੀ। ਬਹੁਤ ਖੂਬ। ਕਿੰਨੇ ਸਾਲਾਂ ਤੋਂ ਹੁਣ ਤੁਸੀਂ ਪ੍ਰਚਾਰ ਵਾਲੇ ਪਾਸੇ ਜੁੜੇ ਹੋ? ਮੈਂ ਲਗਭਗ 2008 ਤੋਂ 2010 ਤੱਕ ਮੈਂ ਰੋਪੜ ਵਿਖੇ ਜੋ ਇਹ ਡਿਪਲੋਮਾ ਕੀਤਾ। ਉਸ ਤੋਂ ਬਾਅਦ ਮੈਂ ਹੁਣ 2010 ਤੋਂ ਲੈ ਕੇ 2012 ਤੱਕ ਫਿਰ ਦਿੱਲੀ ਵਿਖੇ ਸੇਵਾ ਨਿਭਾਈ ਐਜ਼ ਅ ਕਥਾਵਾਚਕ, ਤੇ ਹੁਣ ਮੈਂ ਆਪ ਜੀ ਦੇ ਇੱਥੇ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਯੰਗਸਟਰਸ ਦੀ ਜਦ ਗੱਲ ਕਰਦੇ ਹਾਂ ਤਾਂ ਅਸੀਂ ਦੇਖ ਰਹੇ ਹਾਂ ਬਲਜੀਤ ਸਿੰਘ ਜੀ ਕਿ ਨੌਜਵਾਨਾਂ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਵਿੱਚ ਨਸ਼ੇ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ ਤੇ ਪਤਤਪੁਣਾ ਵੀ ਕਾਫੀ ਵੱਧ ਰਿਹਾ ਹੈ ਜੀ। ਸੋ ਤੁਸੀਂ ਕਿਵੇਂ ਇਹ, ਜਿਸ ਤਰ੍ਹਾਂ ਆਫ ਕੋਰਸ ਫੈਮਿਲੀ ਦਾ ਇਨਫਲੂਐਂਸ ਤੁਸੀਂ ਕਿਹਾ ਸੀ, ਪਿਤਾ ਜੀ ਚਾਚਾ ਜੀ ਤੋਂ ਪ੍ਰੇਰਿਤ ਹੋਏ, ਪਰ ਆਫਟਰ ਆਲ ਉਸ ਸੰਗਤ ਵਿੱਚ ਸਕੂਲ ਦੇ ਵਿੱਚ ਬੱਚਿਆਂ ਨਾਲ ਤੁਰਨਾ ਫਿਰਨਾ, ਤੇ ਇਹ ਚੀਜ਼ ਕਿਵੇਂ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਤੇ ਇਸ ਪਾਸੇ ਨੂੰ ਪਏ? ਇਹ ਗੁਰੂ ਸਾਹਿਬ ਦੀ ਕਿਰਪਾ ਵੀ ਹੈ ਤੇ ਇੱਕ ਮਾਹੌਲ ਜਿਹੜਾ ਹੈ ਉਹ ਸਕੂਲਾਂ ਦੇ ਵਿੱਚ ਵੀ ਚੰਗਾ ਨਹੀਂ ਹੈ, ਉਹ ਆਲੇ ਦੁਆਲੇ ਦਾ ਮਾਹੌਲ ਵੀ ਚੰਗਾ ਨਹੀਂ ਹੈ ਜੀ। ਅੱਜ ਕੱਲ ਨਾ ਤੇ ਪਰਿਵਾਰ ਵਿੱਚੋਂ ਕੁਝ ਬੱਚੇ ਨੂੰ ਚੰਗਾ ਮਿਲਦਾ ਜੀ, ਨਾ ਸਕੂਲ ਦੇ ਵਿੱਚੋਂ, ਤੇ ਨਾ ਹੀ ਉਹਨੂੰ ਧਾਰਮਿਕ ਸਥਾਨਾਂ ਦੇ ਵਿੱਚੋਂ। ਠੀਕ। ਕਿਉਂਕਿ ਇਹਨਾਂ ਤਿੰਨਾਂ ਥਾਵਾਂ ਤੋਂ ਹੀ ਬੱਚੇ ਨੂੰ ਚੰਗੀ ਸਿੱਖਿਆ ਮਿਲਣੀ ਹੈ। ਜਦ ਇਹ ਤਿੰਨੇ ਥਾਂ ਹੀ ਜਿਹੜੇ ਕਰਪਟ ਹੋ ਜਾਣ ਤਾਂ ਫਿਰ ਬੱਚਾ ਕਿੱਥੇ ਜਾਏਗਾ? ਗੁਰੂ ਸਾਹਿਬ ਦੀ ਬੜੀ ਕਿਰਪਾ ਰਹੀ ਹੈ ਕਿ ਸਕੂਲ ਦੇ ਵਿੱਚ ਵੀ ਚੰਗਾ ਮਾਹੌਲ ਮਿਲਿਆ, ਚੰਗੇ ਫਰੈਂਡ ਮਿਲੇ ਜਿਨ੍ਹਾਂ ਨੇ ਕੋਈ ਇਹੋ ਜਿਹੀ ਕੋਈ ਗਲਤ ਐਪ ਜਾਂ ਕੋਈ ਮਾੜੀ ਸੰਗਤ ਦੇ ਵਿੱਚ ਨਹੀਂ ਪੈ ਸਕੇ ਤੇ ਚੰਗੇ ਪਾਸੇ ਲੱਗ ਗਿਆ ਜੀ। ਚਲੋ ਜੀ, ਬਹੁਤ ਖੂਬ, ਗੁਰੂ ਬਖਸ਼ਿਸ਼ ਕਰੇ। ਸੋ ਸੇਵਾ ਤੇ ਸਿਮਰਨ ਦੀ ਜਦ ਅਸੀਂ ਗੱਲ ਕਰਦੇ ਹਾਂ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕਨਸੈਪਟ ਸਾਨੂੰ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ। ਹਾਂਜੀ, ਬਿਲਕੁਲ। ਤਾਂ ਅੱਜ ਸੇਵਾ ਤੇ ਸਿਮਰਨ ਉੱਤੇ ਫੋਕਸ ਕਰਕੇ ਗੁਰਬਾਣੀ ਅਨੁਸਾਰ ਇਹ ਜੋ ਦੋ ਚੀਜ਼ਾਂ ਨੂੰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਕਿਵੇਂ ਅਸੀਂ ਇਹਦੇ 'ਚੋਂ ਕੁਝ ਸਿੱਖ ਸਕਦੇ ਹਾਂ? ਗੁਰਬਾਣੀ ਦੇ ਵਿੱਚ ਸਾਨੂੰ ਇੱਕ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਪਸ਼ਟ ਕਰਕੇ ਦੱਸ ਦਿੱਤੀ ਸੀ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਵੀ ਇਸ ਸੰਸਾਰ ਦੇ ਅੰਦਰ ਕੁਝ ਇਹੋ ਜਿਹੀ ਘਾਲਣਾ ਘਾਲ ਕੇ ਚਲੀਏ ਵੀ ਜਿਸ ਦੇ ਸਦਕਾ ਸਾਨੂੰ ਸੰਸਾਰ ਦੇ ਵਿੱਚ ਵੀ ਮਾਣ ਮਿਲੇ ਤੇ ਸਾਨੂੰ ਪਰਮੇਸ਼ਰ ਦੇ ਦਰ ਵਿੱਚ ਵੀ ਜਗ੍ਹਾ ਪ੍ਰਾਪਤ ਹੋਵੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਕਰਕੇ ਸਾਨੂੰ ਇਸ 3 ਸਿਧਾਂਤ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪ ਸਾਰਾ ਸਿੱਖ ਜਗਤ ਪੂਰੀ ਤਰ੍ਹਾਂ ਜਾਣਦਾ ਹੈ ਕਿ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਜੀ। ਇਹਨਾਂ ਤਿੰਨਾਂ ਦੇ ਵਿੱਚੋਂ ਜੋ ਵੰਡ ਛਕਣਾ ਹੈ ਉਹ ਅਸਲ ਵਿੱਚ ਇੱਕ ਸੇਵਾ ਦਾ ਹੀ ਇੱਕ ਸੰਕਲਪ ਹੈ। ਠੀਕ। ਉਹਦੇ ਵਿੱਚ ਅਸਲ ਵਿੱਚ ਸੇਵਾ ਹੀ ਦਰਸਾਈ ਗਈ ਹੈ ਕਿ ਆਪਣੀ ਕਿਰਤ ਕਰਕੇ, ਕਮਾਈ ਕਰਕੇ ਜੋ ਆਪਣੀ ਲੋੜ ਮੁਤਾਬਕ ਜੋ ਕੁਝ ਉਸ ਤੋਂ ਬਾਅਦ ਬਚਦਾ ਉਹਦੇ ਵਿੱਚੋਂ ਕਿਸੇ ਗਰੀਬ ਨੂੰ, ਕਿਸੇ ਲੋੜਵੰਦ ਨੂੰ ਦੇਣਾ ਜੀ। ਜ਼ਰੂਰੀ ਨਹੀਂ ਹੈ ਉਹ ਕਿਸੇ ਧਰਮ ਸਥਾਨ ਤੇ ਹੀ ਉਹ ਦਾਨ ਦਿੱਤਾ ਜਾਵੇ, ਉਹ ਕਿਸੇ ਲੋੜਵੰਦ ਨੂੰ, ਕਿਸੇ ਜਿਹੜਾ ਜ਼ਰੂਰਤਮੰਦ ਸਾਨੂੰ ਦਿਖਾਈ ਦਿੰਦਾ ਉਹ ਕੋਈ ਹੋਰ ਵੀ ਹੋ ਸਕਦਾ ਹੈ, ਕੋਈ ਤੁਰਿਆ ਜਾਂਦਾ ਵੀ ਹੋ ਸਕਦਾ ਹੈ, ਜਿਸ ਨੂੰ ਵੀ ਅਸੀਂ ਦੇਣਾ ਚਾਹੁੰਦੇ ਹਾਂ ਉਹ ਦੇ ਸਕਦੇ ਹਾਂ। ਤੇ ਸੇਵਾ ਦਾ ਸੰਕਲਪ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੋਂ ਆਰੰਭ ਕੀਤਾ ਜੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੋਰ ਗੁਰਬਾਣੀ ਅੰਦਰ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਕਿਸੇ ਨੂੰ, ਕੋਈ ਵੀ ਮਨੁੱਖ ਜਿਹੜਾ ਹੈ ਇਸ ਸੰਸਾਰ ਦੇ ਅੰਦਰ, ਇਸ ਸੰਸਾਰ ਅੰਦਰ ਜਿੰਨੇ ਵੀ ਮਨੁੱਖ ਨੇ ਜਿਹੜੇ ਧਾਰਮਿਕ ਅਖਵਾਉਂਦੇ ਨੇ ਜਾਂ ਧਾਰਮਿਕ ਪੈਰੋਕਾਰ ਨੇ, ਉਹਨਾਂ ਸਾਰਿਆਂ ਨੇ ਹੀ
ਮਨੁੱਖਤਾ ਦੀ ਸੇਵਾ ਵਾਸਤੇ, ਇਨਸਾਨੀਅਤ ਦੀ ਭਲਾਈ ਵਾਸਤੇ ਸਾਰੀ ਇਨਸਾਨੀਅਤ ਨੂੰ ਪ੍ਰੇਰਿਤ ਕੀਤਾ ਹੈ ਜੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਕਿ ਇਸ ਸੰਸਾਰ ਅੰਦਰ ਸੇਵਾ ਕਰੋ, ਪਰਮਾਤਮਾ ਦਾ ਨਾਮ ਜਪਣਾ ਹੈ, ਚੰਗੇ ਕਰਮ ਕਰਨੇ ਨੇ, ਉੱਚਾ ਸੁੱਚਾ ਜੀਵਨ ਬਤੀਤ ਕਰਕੇ ਇਸ ਸੰਸਾਰ ਦੇ ਵਿੱਚੋਂ ਤੁਰੋ ਜੀ। ਕਿਉਂਕਿ ਹਰ ਇੱਕ ਇਨਸਾਨ ਨੇ ਇਸ ਸੰਸਾਰ ਦੇ ਵਿੱਚੋਂ, ਇਸ ਜਗਤ ਦੇ ਵਿੱਚੋਂ ਇੱਕ ਦਿਨ ਚਲੇ ਜਾਣਾ। ਬਿਲਕੁਲ। ਇਸ ਲਈ ਸਾਨੂੰ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਕੁਝ ਕਰਨਾ ਚਾਹੀਦਾ ਹੈ ਜਿਸ ਨੂੰ ਕੀਤਿਆਂ ਸਾਡੇ ਮਨ ਅੰਦਰ, ਸਾਡੇ ਕਰੈਕਟਰ ਉੱਪਰ ਕਿਸੇ ਤਰ੍ਹਾਂ ਦਾ ਕੋਈ ਦਾਗ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੜਾ ਪਵਿੱਤਰ ਵਾਕ ਹੈ ਕਿ ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਉਹ ਕੰਮ ਕਰਨਾ ਚਾਹੀਦਾ ਹੈ ਜਿਸ ਨੂੰ ਕੀਤਿਆਂ ਬੰਦੇ ਦਾ ਮਨ ਮੈਲਾ ਨਹੀਂ ਹੁੰਦਾ ਹੈ, ਕਰੈਕਟਰ ਉੱਪਰ ਕੋਈ ਦਾਗ ਨਹੀਂ ਲੱਗਦਾ ਹੈ। ਇਸ ਲਈ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਜੁੜ। ਪਰਮਾਤਮਾ ਦੀ ਸੇਵਾ ਕੀ ਕਰਨੀ ਹੈ? ਕਿਉਂਕਿ ਪ੍ਰਮਾਤਮਾ ਨੂੰ ਨਾ ਤੇ ਕੋਈ ਦੇਖਿਆ ਹੈ ਅੱਜ ਤੱਕ ਕਿਸੇ ਨੇ, ਨਾ ਹੀ ਉਹਦੇ ਬਾਰੇ ਕੋਈ ਜਾਣਦਾ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਦਿਸਦਾ ਹੈ, ਕਿਹੋ ਜਿਹਾ ਉਹਦਾ ਰੰਗ ਰੂਪ। ਬਿਲਕੁਲ ਜੀ, ਆਕਾਰ ਰਹਿਤ। ਬਿਲਕੁਲ। ਉਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਆਖਿਆ ਹੈ। ਤੇ ਉਸ ਨਿਰੰਕਾਰ ਪ੍ਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਅਤੇ ਹੋਰ ਜਿੰਨੇ ਵੀ ਪੀਰ ਪੈਗੰਬਰ ਪੈਰੋਕਾਰ ਹੋਏ ਨੇ, ਉਹਨਾਂ ਸਾਰਿਆਂ ਨੇ ਇਹੀ ਗੱਲ ਆਖੀ ਕਿ ਪ੍ਰਮਾਤਮਾ ਆਪਣੀ ਕੁਦਰਤ ਦੇ ਵਿੱਚ, ਸੰਸਾਰ ਦੇ ਵਿੱਚ ਵੱਸਦਾ ਹੈ। ਸੋ ਕਹਿਣ ਦਾ ਭਾਵ ਮਨੁੱਖਾਂ ਦੇ ਵਿੱਚ ਵੱਸਦਾ ਹੈ ਜੀ। ਇਸ ਲਈ ਜੇ ਪ੍ਰਮਾਤਮਾ ਦੀ ਸੇਵਾ ਕਰਨੀ ਹੈ, ਉਸ ਵਾਹਿਗੁਰੂ ਦੀ ਸੇਵਾ ਕਰਨੀ ਹੈ, ਤੇ ਸਾਨੂੰ ਇਨਸਾਨੀਅਤ ਦੀ ਸੇਵਾ ਦੇ ਵਿੱਚ ਜੁੜਨਾ ਚਾਹੀਦਾ ਹੈ। ਠੀਕ। ਸਾਨੂੰ ਮਨੁੱਖਤਾ ਦੀ ਸੇਵਾ ਵਿੱਚ ਜੁੜਨਾ ਚਾਹੀਦਾ ਹੈ। ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਸੇਵਾ ਕਰੋ, ਪਰ ਜਿਹੜਾ ਸੇਵਾ ਦਾ ਜੋ ਕਨਸੈਪਟ ਹੈ ਉਹਨੂੰ ਸਿਰਫ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਹੀ ਬੰਦ ਕਰਕੇ ਰੱਖ ਦਿੱਤਾ ਗਿਆ। ਤੁਸੀਂ ਨਵਾਂ ਟ੍ਰੈਂਡ ਜੋ ਹੈ ਕਿ ਸੀਮਤ ਕਰਤਾ ਸੀ ਉੱਥੇ ਕਿ ਇੱਥੇ ਆ ਕੇ ਤੁਸੀਂ ਲੰਗਰ ਦੀ ਸੇਵਾ ਕਰ ਲਓ ਜਾਂ ਜੋੜਿਆਂ ਦੀ ਸੇਵਾ ਕਰ ਲਓ, ਉੱਥੇ ਹੀ ਲੋਕ ਜ਼ਿਆਦਾਤਰ ਸਮਾਂ ਬਿਤਾਉਂਦੇ। ਬਿਲਕੁਲ ਜੀ। ਅਸੀਂ ਇਹੀ ਸਮਝ ਰਹੇ ਹਾਂ ਕਿ ਸ਼ਾਇਦ ਗੁਰੂ ਘਰ ਦੇ ਵਿੱਚ ਆ ਕੇ ਹੀ ਸੇਵਾ ਕਰਨੀ ਅਸਲ ਸੇਵਾ ਹੈ। ਅਸਲ ਸੇਵਾ ਉਹ ਨਹੀਂ ਹੈ ਜੋ ਅਸੀਂ ਸਮਝ ਰਹੇ ਹਾਂ। ਜੋ ਸੇਵਾ ਦਾ ਕਨਸੈਪਟ ਹੈ ਉਹ ਕੁਝ ਹੋਰ ਹੈ। ਆਪਾਂ ਗੁਰਦੁਆਰੇ ਦੇ ਵਿੱਚੋਂ ਸਿੱਖਣਾ ਹੈ। ਗੁਰੂ ਘਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਗੁਰਦੁਆਰੇ ਹੋਏ ਸੋਝੀ ਪਾਏ ਸੀ, ਕਿ ਗੁਰੂਦੁਆਰੇ ਦੇ ਵਿੱਚੋਂ ਸਾਨੂੰ ਸੋਝੀ ਹਾਸਲ ਹੋਣੀ ਹੈ। ਉੱਥੇ ਕੀਰਤਨ ਕਥਾ ਰਾਹੀਂ, ਗੁਰਬਾਣੀ ਰਾਹੀਂ ਆਪਾਂ ਇਸ ਗੱਲ ਨੂੰ ਸਮਝਣਾ ਹੈ, ਇਸ ਗੱਲ ਨੂੰ ਸਿੱਖਣਾ ਹੈ ਕਿ ਅਸਲ ਵਿੱਚ ਸੇਵਾ ਹੈ ਕੀ ਹੈ। ਸੇਵਾ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਕੀਤੀ ਜਾਣ ਵਾਲੀ ਸੇਵਾ ਹੈ। ਜਿਵੇਂ ਅਸੀਂ ਆਪਣੇ ਬੱਚੇ ਨੂੰ ਕਿਸੇ ਸਕੂਲ, ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹਾਂ। ਸਾਡਾ ਬੱਚਾ ਮੈਡੀਕਲ ਕਰਦਾ, ਡਾਕਟਰ ਬਣਨ ਵਾਸਤੇ ਜਾਂਦਾ, ਤੇ ਉਹ ਸਕੂਲ ਦੇ ਵਿੱਚ ਸਿੱਖਦਾ ਹੈ ਕਿ ਉਹਨੇ ਕਿਵੇਂ ਆਪਰੇਸ਼ਨ ਕਰਨਾ ਹੈ, ਕਾਲਜ ਦੇ ਵਿੱਚ ਸਿੱਖਦਾ ਹੈ। ਤੇ ਉੱਥੇ 2-4 ਸਾਲ ਰਹਿਣ ਤੋਂ ਬਾਅਦ ਉਹ ਫਿਰ ਉਸ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਜੌਬ ਕਰਦਾ, ਤੇ ਉੱਥੇ ਜਾ ਕੇ ਜੋ ਕੁਝ ਉਸਨੇ ਸਿੱਖਿਆ ਹੈ ਆਪਣੇ ਕਾਲਜ ਤੋਂ, ਯੂਨੀਵਰਸਿਟੀ ਤੋਂ, ਉਹ ਉੱਥੇ ਜਾ ਕੇ ਉਹ ਕੁਝ ਕਰਦਾ ਜੋ ਉਹਨੇ ਆਪਣੇ ਕਾਲਜ ਤੋਂ ਸਿੱਖਿਆ। ਤੇ ਇਸੇ ਤਰ੍ਹਾਂ ਹੀ ਜੋ ਕੁਝ ਅਸੀਂ ਗੁਰਦੁਆਰੇ ਦੇ ਵਿੱਚੋਂ ਸਿੱਖਿਆ ਹੈ, ਕਥਾ ਕੀਰਤਨ ਰਾਹੀਂ, ਗੁਰਬਾਣੀ ਰਾਹੀਂ, ਉਹ ਅਸੀਂ ਸੰਸਾਰ ਦੇ ਵਿੱਚ ਜਾ ਕੇ ਉਹ ਕੁਝ ਕਮਾਉਣਾ ਹੈ, ਉਹ ਕੁਝ ਕਰਨਾ ਹੈ। ਉਹੋ ਜਿਹੇ ਕਾਰਜ ਕਰਨੇ ਨੇ ਜੋ ਅਸੀਂ ਗੁਰਬਾਣੀ ਵਿੱਚੋਂ ਸਿੱਖੇ ਨੇ। ਜੇ ਉਹ ਵਿਦਿਆਰਥੀ ਜਿੱਥੋਂ ਉਹਨੇ ਸਿੱਖਿਆ ਹੋਵੇ, ਜੇ ਉੱਥੇ ਹੀ ਉਸ ਨੂੰ ਕਰਨਾ ਚਾਹੇ, ਤੇ ਇਹ ਗੱਲ ਠੀਕ ਨਹੀਂ। ਅਸੀਂ ਇਸੇ ਤਰ੍ਹਾਂ ਗੁਰਦੁਆਰੇ ਵਿੱਚੋਂ ਸਿੱਖ ਕੇ ਅਸੀਂ ਗੁਰਦੁਆਰੇ ਵਿੱਚ ਹੀ ਸੇਵਾ ਕਰਨੀ ਚਾਹੁੰਦੇ ਹਾਂ, ਪਰ ਨਹੀਂ, ਸੇਵਾ ਗੁਰੂ ਘਰ ਤੋਂ ਬਾਹਰ ਨਿਕਲ ਕੇ ਕੀਤੀ ਜਾਵੇਗੀ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਆਖਿਆ ਕਿ ਵਿੱਚ ਦੁਨੀਆ, ਉੱਥੇ ਗੁਰਦੁਆਰਾ ਸ਼ਬਦ ਨਹੀਂ ਉਹਨਾਂ ਨੇ ਵਰਤਿਆ, ਉੱਥੇ ਮੰਦਰ ਧਰਮ ਸਥਾਨ ਸ਼ਬਦ ਨਹੀਂ ਵਰਤਿਆ, ਉੱਥੇ ਉਹਨਾਂ ਨੇ ਸ਼ਬਦ ਵਰਤਿਆ ਵਿੱਚ ਦੁਨੀਆ, ਕਿ ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ। ਇਸੇ ਕਰਕੇ ਸਤਿਗੁਰੂ ਜੀ ਆਖਦੇ ਨੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਵੀ ਗੁਰੂ ਸਾਹਿਬ ਜੀ ਦੀ ਕੀਤੀ ਸੇਵਾ ਸਫਲ ਹੈ, ਪਰ ਜੇ ਗੁਰੂ ਦੇ ਅਨੁਸਾਰ ਹੋ ਕੇ ਕੀਤੀ ਜਾਵੇ, ਗੁਰੂ ਜੀ ਦੀ ਮਰਜ਼ੀ ਅਨੁਸਾਰ ਕੀਤੀ ਜਾਏ। ਆਪਣੀ ਮਰਜ਼ੀ ਅਨੁਸਾਰ ਕੀਤੀ ਹੋਈ ਸੇਵਾ ਸੇਵਾ ਨਹੀਂ ਹੁੰਦੀ। ਇਸ ਲਈ ਸਾਨੂੰ ਗੁਰੂ ਦੇ ਅਨੁਸਾਰ ਹੀ ਸੇਵਾ ਕਰਨੀ ਚਾਹੀਦੀ ਹੈ। ਜਿਵੇਂ ਸਤਿਗੁਰੂ ਜੀ ਆਖਦੇ ਨੇ ਗੁਰਬਾਣੀ ਦੇ ਵਿੱਚ, ਉਸ ਤਰ੍ਹਾਂ ਹੀ ਸਾਨੂੰ ਆਪਣਾ ਜੀਵਨ ਜਿਉਣਾ ਚਾਹੀਦਾ ਹੈ। ਜਿਵੇਂ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ ਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਿਸ ਨੂੰ ਵੇਖ ਕੇ ਗੁਰੂ ਦਾ ਮਨ ਮੰਨ ਜਾਵੇ, ਜਿਸ ਨੂੰ ਵੇਖ ਕੇ ਗੁਰੂ ਪ੍ਰਸੰਨ ਹੋ ਜਾਵੇ, ਜਿਸ ਨੂੰ ਵੇਖ ਕੇ ਸਤਿਗੁਰੂ ਸਾਡੇ ਤੇ ਖੁਸ਼ ਹੋ ਜਾਵੇ, ਉਹ ਸੇਵਾ ਸਫਲ ਹੈ। ਪਰ ਜੇ ਅਸੀਂ ਆਪਣੀ ਮਰਜ਼ੀ ਨਾਲ ਸੇਵਾ ਕਰ ਰਹੇ ਹਾਂ, ਮੇਰਾ ਮਨ ਕਰਦਾ ਹੈ ਕਿ ਮੈਂ ਆਹ ਚੀਜ਼ ਲੈ ਕੇ ਜਾਵਾਂ, ਮੇਰਾ ਦਿਲ ਕਰਦਾ ਹੈ ਕਿ ਮੈਂ ਆਹ ਭੇਟਾ ਕਰਾਂ, ਤੇ ਮੈਂ ਇਸ ਨੂੰ ਨਾ ਦਿੰਦਾ ਵਾਂ ਕਿ ਜੇ ਮੇਰੀ ਸ਼ਰਧਾ ਹੈ ਮੈਂ ਆਹ ਚੀਜ਼ ਲੈ ਕੇ ਜਾਣਾ ਚਾਹੁੰਦਾ ਵਾਂ। ਪਰ ਅਸਲ ਵਿੱਚ ਚਾਹੀਦਾ ਇਹ ਹੈ ਕਿ ਜਿਹੜੀ ਚੀਜ਼ ਦੀ ਗੁਰੂ ਘਰ ਦੇ ਵਿੱਚ ਜਾਂ ਕਿਸੇ ਬੰਦੇ ਨੂੰ ਜ਼ਰੂਰਤ ਹੈ, ਉਹਨੂੰ ਉਹ ਚੀਜ਼ ਦਿੱਤੀ ਜਾਵੇ, ਉਸ ਨੂੰ ਉਹ ਚੀਜ਼। ਅਸੀਂ ਕਈ ਵਾਰਾਂ ਇਹ ਸਾਡੇ ਅਹੰਕਾਰ ਨੂੰ ਵਧਾਉਣ ਦਾ ਕਾਰਨ ਬਣ ਜਾਂਦੀ ਹੈ। ਅਸੀਂ ਗੁਰੂ ਘਰ ਵਿਖੇ ਕੋਈ ਚੀਜ਼ ਭੇਟਾ ਕੀਤੀ, ਉਹਦੇ ਉੱਤੇ ਆਪਣਾ ਨਾਂ ਲਿਖਵਾ ਦਿੱਤਾ, ਤੇ ਉਹ ਅਸਲ ਵਿੱਚ ਕੀ ਸੀ? ਲੋਕਾਂ ਨੂੰ ਖੁਸ਼ ਕਰਨ ਵਾਸਤੇ, ਨਾ ਕਿ ਗੁਰੂ ਨੂੰ। ਉਹਦੇ ਨਾਲ ਹੋਇਆ ਕਿ ਉਹਦੇ ਨਾਲ ਮੇਰਾ ਖੁਦ ਦਾ ਅਹੰਕਾਰ ਵੱਧ ਗਿਆ, ਉਹਦੇ ਨਾਲ ਮੇਰਾ ਅਹੰਕਾਰ ਵਧਿਆ, ਜਦ ਕਿ ਹੋਣਾ ਇਹ ਸੀ ਸੇਵਾ ਕਰਕੇ ਨਿਮਰਤਾ ਆਣੀ ਸੀ, ਪਰ ਸੇਵਾ ਕਰਕੇ ਅਹੰਕਾਰ ਆ ਗਿਆ।
ਸੇਵਾ ਇਸ ਕਰਕੇ ਸਾਨੂੰ ਨਿਮਰਤਾ ਵਾਲੇ ਪਾਸੇ ਨੂੰ ਲੈ ਕੇ ਜਾਂਦੀ ਹੈ ਸੇਵਾ। ਸੇਵਾ ਅਹੰਕਾਰ ਦਾ ਨਾਮ ਨਹੀਂ। ਜਿਹੜਾ ਵੀ ਕੋਈ ਵੀ ਮਨੁੱਖ ਇਸ ਸੰਸਾਰ ਵਿੱਚ ਸੇਵਾ ਕਰਦਾ ਹੈ, ਮਨੁੱਖਤਾ ਦੀ ਭਲਾਈ ਦਾ ਕੰਮ ਕਰਦਾ ਹੈ, ਉਹ ਨੀਵਾਂ ਹੋ ਕੇ ਕਰਦਾ ਹੈ। ਜੇ ਅੱਜ ਆਪਾਂ ਜ਼ਿਆਦਾ ਦੂਰ ਨਾ ਇਤਿਹਾਸ ਵੱਲ ਨਾ ਦੂਰ ਝਾਤ ਮਾਰੀਏ ਤੇ ਭਗਤ ਪੂਰਨ ਸਿੰਘ ਜੀ ਕਿਸੇ ਤੋਂ ਛੁਪੇ ਹੋਏ ਨਹੀਂ। ਠੀਕ। ਭਗਤ ਪੂਰਨ ਸਿੰਘ ਜੀ ਨੇ ਜੋ ਸੇਵਾ ਕੀਤੀ ਹੈ, ਅੱਜ ਸਾਨੂੰ ਉਸ ਢੰਗ ਦੇ ਨਾਲ ਸੇਵਾ ਕਰਨ ਦੀ ਜ਼ਰੂਰਤ ਹੈ। ਮੈਂ ਕਈ ਵਾਰ ਆਖਦਾ ਹੁੰਦਾ ਵਾਂ ਕਿ ਗੁਰਦੁਆਰਿਆਂ ਦੇ ਵਿੱਚ ਅੱਜ ਸਾਡਾ ਪ੍ਰਚਾਰ ਨਹੀਂ ਹੋ ਸਕੇਗਾ। ਅੱਜ ਜੇ ਸਾਡਾ ਪ੍ਰਚਾਰ ਹੋਣਾ ਹੈ ਤਾਂ ਸਾਨੂੰ ਭਗਤ ਪੂਰਨ ਸਿੰਘ ਬਣਨਾ ਪੈਣਾ ਹੈ। ਫਿਰ ਅਸੀਂ ਗੁਰਮਤਿ ਦਾ, ਧਰਮ ਦਾ ਪ੍ਰਚਾਰ ਸਹੀ ਢੰਗ ਵਿੱਚ, ਸਹੀ ਲਫ਼ਜ਼ਾਂ ਵਿੱਚ ਕਰ ਸਕਾਂਗੇ, ਜਿਵੇਂ ਮਦਰ ਟਰੈਸਾ ਨੇ ਕੀਤਾ, ਜਿਵੇਂ ਭਗਤ ਪੂਰਨ ਸਿੰਘ ਜੀ ਨੇ ਕੀਤਾ, ਜਿਵੇਂ ਭਾਈ ਕਨ੍ਹਈਆ ਜੀ ਨੇ ਕੀਤਾ। ਇਸ ਤਰ੍ਹਾਂ ਅੱਜ ਸਾਨੂੰ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਸਹੀ ਢੰਗ ਨਾਲ, ਸੁਚੱਜੇ ਢੰਗ ਨਾਲ ਧਰਮ ਨੂੰ ਪ੍ਰਚਾਰ ਸਕੀਏ। ਬਿਲਕੁਲ ਸਹੀ ਜੀ। ਨਿਸ਼ਕਾਮ ਸੇਵਾ ਦਾ ਕਨਸੈਪਟ ਜਿਹੜਾ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ, ਲੇਕਿਨ ਅਸੀਂ ਭੜਕ ਪਏ, ਅਸੀਂ ਉਸ ਤੋਂ ਅਲੱਗ ਪਾਸੇ ਤੁਰ ਪਏ ਅਤੇ ਇਹੀ ਸੋਚਿਆ ਕਿ ਗੁਰਦੁਆਰੇ ਵਿੱਚ ਹੀ ਜਾ ਕੇ ਜੇਕਰ ਅਸੀਂ ਕੋਈ ਸੇਵਾ ਕਰਨੀ ਹੈ, ਲੰਗਰ ਦੀ ਜਾਂ ਚੌਰ ਸਾਹਿਬ ਦੀ ਸੇਵਾ ਜਾਂ ਕੋਈ ਸਫਾਈ ਦੀ ਸੇਵਾ, ਉਹੀ ਇੱਕ ਸੇਵਾ ਹੈਗੀ। ਪਰ ਹੁਣ ਸਵਾਲ ਇਹ ਆਉਂਦਾ ਹੈਗਾ ਕਿ ਇਹ ਸੋਚ ਜਿਹੜੀ ਹੈਗੀ ਹੈ, ਕਿਉਂਕਿ 500 ਸਾਲ ਕੋਈ ਬਹੁਤਾ ਸਮਾਂ ਨਹੀਂ ਹੋਇਆ ਸਾਨੂੰ, ਗੁਰੂ ਨੇ ਤੇ ਇੱਕ ਅਨੋਖੀ ਚੀਜ਼ ਸਾਡੇ 'ਚ ਪਾ ਦਿੱਤੀ ਸੀ, ਸੇਵਾ ਦਾ ਕਨਸੈਪਟ ਪਾਇਆ ਸੀ। ਪਰ ਕੀ ਹੋ ਗਿਆ ਕਿ ਅਸੀਂ ਇੰਨੇ ਸੀਮਤ ਰਹਿ ਕੇ ਇਸ ਨੂੰ ਗੁਰਦੁਆਰੇ ਤੱਕ ਹੀ ਸੀਮਤ ਕਰ ਦਿੱਤਾ। ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ? ਇਹਦਾ ਮੈਂ ਜਵਾਬ ਲੈਣਾ ਚਾਹੂੰਗਾ ਤੁਹਾਡੇ ਤੋਂ ਇਸ ਬ੍ਰੇਕ ਤੋਂ ਬਾਅਦ। ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਨੇ ਜੋ ਗੱਲਬਾਤ ਕੀਤੀ ਕਿ ਸੇਵਾ ਦਾ ਸਹੀ ਮਤਲਬ ਕੀ ਹੈਗਾ, ਤੇ ਬ੍ਰੇਕ ਤੋਂ ਪਹਿਲਾਂ ਇੱਕ ਸਵਾਲ ਇਹਨਾਂ ਨੂੰ ਪੁੱਛਿਆ ਸੀ, ਉਸ ਦਾ ਜਵਾਬ ਲੈਂਦੇ ਹਾਂ ਕਿ ਕਿਉਂ ਅਸੀਂ ਬੜੀ ਛੇਤੀ ਭੁੱਲ ਗਏ ਕਿ ਗੁਰੂ ਦਾ ਕਨਸੈਪਟ ਜੋ ਸੀ ਸੇਵਾ ਦੇ ਮੁਤਲਕ, ਕਿਉਂ ਉਸ ਨੂੰ ਸਿਰਫ ਅਸੀਂ ਸੀਮਤ ਕਰਤਾ ਗੁਰਦੁਆਰਿਆਂ ਵਿੱਚ ਹੀ। ਔਰ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ। ਜੀ, ਇਹ ਜੋ ਸੇਵਾ ਦਾ ਅਸਲ ਵਿੱਚ ਕਨਸੈਪਟ ਸੀ ਉਹ ਗੁਰਦੁਆਰਿਆਂ ਦੀ ਚਾਰ ਦੀਵਾਰੀ ਦੇ ਵਿੱਚ ਅੱਜ ਸੀਮਤ ਹੋ ਕੇ ਰਹਿ ਗਿਆ ਹੈ। ਉਸ ਦਾ ਅਸਲ ਕਾਰਨ ਇਹ ਹੈ ਕਿ ਅਸੀਂ ਸਹੀ ਢੰਗ ਨਾਲ ਉਸ ਨੂੰ ਪ੍ਰਚਾਰ ਪ੍ਰਸਾਰ ਨਹੀਂ ਸਕੇ। ਜੀ, ਉਹਦੇ ਵਿੱਚ ਕੁਝ ਕਸੂਰ ਪ੍ਰਚਾਰਕ ਸ਼੍ਰੇਣੀ ਦਾ, ਕੁਝ ਕਸੂਰ ਪ੍ਰਬੰਧਕ ਸ਼੍ਰੇਣੀ ਦਾ ਹੈ। ਜੀ, ਜੇ ਇਹ ਦੋਵੇਂ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਰੱਖਦੇ, ਆਪਸ ਦੇ ਵਿੱਚ ਸਹੀ ਢੰਗ ਦੇ ਨਾਲ ਪ੍ਰਚਾਰ ਕੀਤਾ ਜਾਂਦਾ, ਸਹੀ ਢੰਗ ਨਾਲ ਗੁਰਬਾਣੀ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਂਦਾ, ਤੇ ਅੱਜ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ ਕਿ ਸਾਨੂੰ ਅੱਜ ਇਹ ਸਮਝਾਉਣਾ ਨਾ ਪੈਂਦਾ। ਜੋ ਗੁਰੂ ਅਰਜੁਨ ਸਾਹਿਬ ਜੀ ਨੇ ਕੰਮ ਕੀਤਾ ਸੀ, ਉਹਨਾਂ ਦੇ ਵਕਤ ਕਾਲ ਪੈਂਦਾ ਲਾਹੌਰ ਦੇ ਵਿੱਚ, ਤੇ ਉਸ ਵਕਤ ਇਤਨੀ ਜ਼ਿਆਦਾ ਉੱਥੇ ਹਾਲਤ ਹੋ ਗਈ ਕਿ ਲਾਹੌਰ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਸਨ ਉਹ ਲਾਸ਼ਾਂ ਦੇ ਨਾਲ ਭਰ ਗਈਆਂ। ਤੇ ਗੁਰੂ ਸਾਹਿਬ ਜੀ ਨੇ ਖੁਦ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਉਹਨਾਂ ਨੇ ਖੁਦ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਆਪ ਉਹਨਾਂ ਦੀ ਹੱਥੀਂ ਸੇਵਾ ਕੀਤੀ। ਜਿਸ ਇਹ ਗੱਲ ਸਾਨੂੰ ਸਪਸ਼ਟ ਦੱਸਦੀ ਹੈ ਕਿ ਜੋ ਕਾਰਜ ਉਹਨਾਂ ਨੇ ਕੀਤਾ, ਸਾਨੂੰ ਅੱਜ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਜੋ ਇਹ ਮਾਰਗ ਸਾਨੂੰ ਦਿੱਤਾ ਕਿ ਉਹਨਾਂ ਦੇ ਵਿੱਚ ਜਾ ਕੇ, ਉੱਥੇ ਜਾ ਕੇ ਉਹਨਾਂ ਨੇ ਸੇਵਾ ਕੀਤੀ। ਤੇ ਇਹ ਵੀ ਇਤਿਹਾਸ ਕਹਿੰਦਾ ਕਿ ਉਹਨਾਂ ਨੇ ਉੱਥੇ ਦਵਾਖਾਨੇ ਵੀ ਖੋਲ੍ਹੇ, ਜਿਵੇਂ ਡਿਸਪੈਂਸਰੀਆਂ ਖੋਲ੍ਹੀਆਂ ਗੁਰੂ ਸਾਹਿਬ ਜੀ ਨੇ, ਕਿ ਤਾਂ ਜੋ ਉਹਨਾਂ ਲੋਕਾਂ ਨੂੰ ਜੋ ਬਿਮਾਰੀਆਂ ਤੋਂ ਵੀ ਮੁਕਤੀ ਮਿਲ ਸਕੇ। ਅੱਜ ਸਾਨੂੰ ਇਸ ਕੰਮ ਨੂੰ ਕਰਨ ਦੀ ਜ਼ਰੂਰਤ ਹੈ ਕਿ ਅੱਜ ਆਪਾਂ ਇਸ ਗੱਲ ਨੂੰ ਸਮਝੀਏ, ਜਿੱਥੇ ਅਸੀਂ ਗੁਰੂ ਘਰ ਦੇ ਵਿੱਚ ਦਾਨ ਕਰਦੇ ਹਾਂ, ਗੁਰੂ ਘਰ ਦੇ ਵਿੱਚ ਦਾਨ ਕਰਨਾ ਚਾਹੀਦਾ ਹੈ, ਭੇਟਾ ਕਰਨਾ ਚਾਹੀਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ ਉੱਥੇ ਹੀ ਦੇਈ ਜਾਈਏ। ਸਾਨੂੰ ਚਾਹੀਦਾ ਇਹ ਹੈ ਕਿ ਜਿੱਥੇ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਲੱਗਦੀ ਹੈ, ਜਿਵੇਂ ਕਿਸੇ ਗਰੀਬ ਦੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕੇ, ਸਾਨੂੰ ਚਾਹੀਦਾ ਹੈ ਕਿ ਆਪਾਂ ਉਹਦੇ ਬੱਚਿਆਂ ਦੀ ਫੀਸ ਦੇ ਦਈਏ। ਜੇ ਉਹ ਆਪਣੀ ਬੱਚੀ ਦੀ ਸ਼ਾਦੀ ਨਹੀਂ ਕਰ ਸਕਦਾ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕੋਲੋਂ ਦਸਵੰਧ ਦੀ ਮਾਇਆ ਵਿੱਚ ਜਿੰਨਾ ਅਸੀਂ ਦੇ ਸਕਦੇ ਹਾਂ, ਅਸੀਂ ਗੁਰੂ ਘਰ ਦੇਣ ਦੀ ਬਜਾਏ ਜੇ ਅਸੀਂ ਉਸ ਨੂੰ ਦੇ ਦੇਵਾਂਗੇ ਤੇ ਕਿਤਨਾ ਵੱਧ ਚੰਗਾ ਹੋਏਗਾ। ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇਸ ਵਾਸਤੇ ਜੋ ਅਸੀਂ ਦੇਖ ਰਹੇ ਹਾਂ, ਇਵਨ ਪੰਜਾਬ ਨੂੰ ਲੈ ਲਈਏ, ਅਸੀਂ ਦੇਖ ਰਹੇ ਹਾਂ ਕਿ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ, ਕਰਜ਼ੇ ਲੋਕਾਂ ਦੇ ਉੱਤੇ ਵੱਧਦੇ ਜਾ ਰਹੇ ਨੇ। ਤੇ ਜੇਕਰ ਅਸੀਂ ਆਪਣੇ ਪਿੰਡਾਂ ਨੂੰ ਹੀ ਸੰਭਾਲ ਲਈਏ, ਜਿੱਥੋਂ ਜਿੱਥੋਂ ਆਏ, ਕਿ ਬਜਾਏ ਕਿ ਅਸੀਂ 100 ਜਾਂ $500 ਗੁਰਦੁਆਰੇ ਵਿੱਚ ਪਾਉਂਦੇ ਗੋਲਕ ਵਿੱਚ, ਕਿਤੇ ਉਹਨਾਂ ਦੀ ਪੜ੍ਹਾਈ ਵਾਲੇ ਪਾਸੇ ਲਾ ਦਿੰਦੇ ਜਾਂ ਕੋਈ ਦਵਾਖਾਨਾ ਖੋਲ੍ਹ ਦਿੰਦੇ। ਪਰ ਅਫਸੋਸ ਕਿ ਅਸੀਂ ਤਾਂ ਅੱਜ ਬਾਣੀ ਨੂੰ ਇੰਨਾ ਕਮਰਸ਼ਲਾਈਜ਼ ਕਰਤਾ ਕਿ ਅਸੀਂ ਤਾਂ ਹੁਣ ਦਵਾਖਾਨੇ ਦੇ ਬਜਾਏ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਤੁਸੀਂ ਕੁਝ ਸ਼ਬਦਾਂ ਦੇ ਰਟਨ ਕਰਕੇ ਤੁਹਾਡੀ ਸਵਸਥ ਜਿਹੜੀ ਸਿਹਤ ਹੈ ਉਹ ਵੀ ਠੀਕ ਹੋ ਜਾਏ। ਬਹਰਹਾਲ ਹੁਣ ਸਵਾਲ ਆਉਂਦਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੇਵਾ ਜਿਹੜੀ ਉਹ ਸਿਰਫ ਮਾਇਆ ਨਾਲ ਹੀ ਨਹੀਂ ਹੋ ਸਕਦੀ। ਕਿ ਸੇਵਾ ਇਹ ਨਹੀਂ ਕਿ ਕਿਸੇ ਨੂੰ ਕੋਈ ਮਦਦ ਕਿਸੇ ਦੀ ਮਾਨਸਿਕ ਤੌਰ ਤੇ ਕਰ ਦੇਣੀ, ਕਿਸੇ ਤਰੀਕੇ ਨਾਲ ਹੋਰ ਉਸ ਦੇ ਨਾਲ ਸਮਾਂ ਬਜ਼ੁਰਗਾਂ ਕੋਲ ਜਾ ਕੇ ਬਿਤਾ ਦੇਣਾ, ਕਿ ਇਹ ਸੇਵਾ ਨਹੀਂ ਹੋਈ? ਜੀ ਬਿਲਕੁਲ ਹੈ, ਕਿਉਂਕਿ ਜ਼ਰੂਰੀ ਨਹੀਂ ਹੈ, ਗੁਰਬਾਣੀ ਵਿੱਚ ਐਸਾ ਨਹੀਂ ਲਿਖਿਆ ਹੈ ਕਿ ਸਿਰਫ ਪੈਸੇ ਨਾਲ ਹੀ ਮਦਦ ਹੋਵੇਗੀ। ਗੁਰਬਾਣੀ ਦੇ ਵਿੱਚ 3 ਤਰ੍ਹਾਂ ਦੀ ਸੇਵਾ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲੀ ਤਨ ਦੇ ਨਾਲ ਸੇਵਾ, ਤਨ ਦੇ ਨਾਲ ਵੀ ਹਰ ਇੱਕ ਬੰਦਾ ਸੇਵਾ ਕਰ ਲੈਂਦਾ ਜੀ, ਕੋਈ ਝਾੜੂ ਦੀ ਸੇਵਾ ਕਰ ਲੇਗਾ, ਕੋਈ ਕਿਸੇ ਤਰ੍ਹਾਂ ਕਰ ਲੇਗਾ। ਦੂਸਰੀ ਸੇਵਾ ਹੈ ਧਨ ਦੀ ਸੇਵਾ।
ਜਿਹੜੇ ਬਹੁਤੇ ਲੋਕ ਐਸੇ ਨੇ ਜਿਹੜੇ ਤਨ ਨਾਲ ਤੇ ਸੇਵਾ ਕਰ ਲੈਂਦੇ ਨੇ, ਪਰ ਉਹ ਧਨ ਨਾਲ ਨਹੀਂ ਕਰ ਸਕਦੇ, ਇਕਨੋਮਿਕਲੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਕੁਝ ਦਾਨ ਕਰ ਸਕਣ, ਕੁਝ ਭੇਟਾ ਕਰ ਸਕਣ ਜੀ। ਤੇ ਬਹੁਤ ਘੱਟ ਲੋਕ ਐਸੇ ਨੇ ਜਿਹੜੇ ਮਨ ਨਾਲ ਸੇਵਾ ਕਰਦੇ ਨੇ, ਮਨ ਗੁਰੂ ਦੇ ਸ਼ਬਦ ਨਾਲ ਜੋੜਦੇ ਨੇ। ਅਤੇ ਇਹਨਾਂ ਤੋਂ ਇਲਾਵਾ ਵੀ ਇੱਕ ਕਾਰਜ ਹੈ ਜੀ, ਉਹ ਹੈ ਕਿਸੇ ਨੂੰ ਹੌਸਲਾ ਦੇਣਾ। ਚਾਹੇ ਅਸੀਂ ਉਹਦੀ ਕੋਈ ਆਰਥਿਕ ਤੌਰ ਤੇ ਮਦਦ ਨਹੀਂ ਕਰ ਸਕਦੇ, ਪਰ ਅਸੀਂ ਉਸ ਨੂੰ ਹੌਸਲਾ ਦੇ ਸਕਦੇ ਹਾਂ। ਇੰਨਾ ਹੀ ਕਹਿ ਦੇਣਾ ਕਾਫੀ ਹੁੰਦਾ ਹੈ ਮੁਸ਼ਕਲ ਦੇ ਵਿੱਚ ਪਏ ਹੋਏ ਬੰਦੇ ਨੂੰ ਕਿ ਤੂੰ ਡਰ ਨਾ, ਮੈਂ ਤੇਰੇ ਨਾਲ ਖਲੋਤਾ ਹਾਂ। ਜਦੋਂ ਅਸੀਂ ਕਿਸੇ ਮੁਸੀਬਤ ਵਿੱਚ ਫਸੇ ਹੋਏ ਬੰਦੇ ਨੂੰ ਸਿਰਫ ਇੰਨੀ ਗੱਲ ਆਖ ਦਿੰਦੇ ਹਾਂ ਤੇ ਉਹਦਾ ਹੌਸਲਾ ਵੱਧ ਜਾਂਦਾ ਹੈ, ਉਹਦੇ ਸਾਹ ਵਿੱਚ ਸਾਹ ਆ ਜਾਂਦਾ ਹੈ, ਜਾਨ ਵਿੱਚ ਜਾਨ ਆ ਜਾਂਦੀ ਹੈ ਜਦੋਂ ਅਸੀਂ ਇੰਨੀ ਗੱਲ ਕਿਸੇ ਨਿਮਾਣੇ ਗਰੀਬ ਬੰਦੇ ਨੂੰ ਆਖ ਦਿੰਦੇ ਹਾਂ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਈਵਨ ਖਾਨ ਦੀ ਜਿੱਥੇ ਅਸੀਂ ਗੱਲ ਕਰਨੇ, ਲੰਗਰ ਦਾ ਜਿਹੜਾ ਕਨਸੈਪਟ ਗੁਰੂ ਸਾਹਿਬ ਨੇ ਲਿਆਂਦਾ ਸੀ ਉਹ ਇਕੁਐਲਿਟੀ ਦਾ ਸੀ ਕਿ ਬਰਾਬਰਤਾ ਨਾਲ ਅਸੀਂ ਸਭ ਦੀ ਨਜ਼ਰ ਕਰੀਏ। ਲੇਕਿਨ ਅੱਜ ਤਾਂ ਇਹ ਵੀ ਵੇਖਿਆ ਜਾਂਦਾ ਹੈ ਕਿ ਲੰਗਰ ਬਹੁਤ ਵੱਡੇ ਲਾਏ ਗਏ, ਲੇਕਿਨ ਜੇਕਰ ਕੋਈ ਗਰੀਬ ਆ ਜਾਏ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਬਿਲਕੁਲ ਐਸਾ ਕਈ ਥਾਂ ਹੋਇਆ ਹੈ ਜੀ। ਐਸਾ ਦੇਖਣ ਨੂੰ ਮਿਲਿਆ ਹੈ ਕਿ ਗੁਰੂ ਘਰ ਦੇ ਵਿੱਚ ਜਿਹੜਾ ਕਨਸੈਪਟ ਸੀ ਸੰਗਤ ਤੇ ਪੰਗਤ ਦਾ, ਪੰਗਤ ਦਾ ਮਤਲਬ ਹੀ ਇਹ ਸੀ ਕਿ ਇੱਥੇ ਕੋਈ ਵੀ ਬੰਦਾ ਕੋਈ ਵੀ ਆ ਕੇ ਬੈਠ ਸਕਦਾ ਹੈ, ਨਾ ਕੋਈ ਊਚ ਨਾ ਕੋਈ ਨੀਚ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ। ਆਪਾਂ ਭਗਤ ਪੂਰਨ ਸਿੰਘ ਜੀ ਦਾ ਜ਼ਿਕਰ ਕੀਤਾ। ਭਗਤ ਪੂਰਨ ਸਿੰਘ ਜੀ ਉਹ ਪ੍ਰਭਾਵਿਤ ਹੀ ਇਸ ਗੱਲ ਤੋਂ ਹੋਏ ਸਨ, ਕਿਉਂਕਿ ਉਹਨਾਂ ਨੇ ਦੇਖਿਆ ਕਿ ਮੰਦਿਰ ਦੇ ਵਿੱਚੋਂ ਮੈਨੂੰ ਉਠਾਲ ਦਿੱਤਾ ਗਿਆ ਕਿ ਤੂੰ ਇੱਥੇ ਪ੍ਰਸ਼ਾਦਾ ਨਹੀਂ ਛਕ ਸਕਦਾ। ਉਹ ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ ਸਨ ਭਗਤ ਪੂਰਨ ਸਿੰਘ ਜੀ। ਪਰ ਜਦੋਂ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਦੇਖਿਆ ਕਿ ਮੇਰੇ ਨਾਲ ਜੋ ਬੰਦਾ ਬੈਠਾ ਇਹ ਕੋਈ ਅਮੀਰ ਲੱਗਦਾ, ਕੋਈ ਰਾਜਾ ਲੱਗਦਾ, ਤੇ ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਪੁੱਛਿਆ ਕਿ ਇਹ ਜਿਹੜਾ ਮੇਰੇ ਨਾਲ ਇਹ ਇਨਸਾਨ ਬੈਠਾ ਸੀ ਇਹ ਕੌਣ ਸੀ, ਤਾਂ ਸੇਵਾਦਾਰ ਨੇ ਉਹਨਾਂ ਨੂੰ ਦੱਸਿਆ ਕਿ ਇਹ ਮਹਾਰਾਜਾ ਪਟਿਆਲਾ ਸੀ। ਤੇ ਇਸ ਗੱਲ ਦਾ ਉਹਨਾਂ ਦੇ ਮਨ ਉੱਪਰ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਹਨਾਂ ਨੇ ਆਖ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਸਭ ਕੁਝ ਛੱਡ ਕੇ ਇਸ ਗੁਰੂ ਨਾਨਕ ਦੇ ਘਰ ਦੀ ਹੀ ਸੇਵਾ ਦੇ ਵਿੱਚ ਜੁੜ ਜਾਵਾਂਗਾ। ਐਂਡ ਉਹੀ ਦੇਖੋ ਕਿਸ ਤਰ੍ਹਾਂ ਪ੍ਰੇਰਿਤ ਹੋਏ ਇੱਕ ਸਿੰਪਲ ਇਨਸਟੈਂਸ ਨਾਲ। ਲੇਕਿਨ ਅੱਜ ਤਾਂ ਅਸੀਂ ਵੇਖਦੇ ਹਾਂ ਕਿ ਬਰਛੇ ਫੜੇ ਜਿਹੜੇ ਉੱਥੇ ਹੁੰਦੇ ਨੇ ਜਥੇਦਾਰ, ਉਹ ਵਿਅਕਤੀ ਜੇਕਰ ਚੰਗੇ ਕੱਪੜੇ ਨਹੀਂ ਪਾਏ ਜਾਂ ਗਰੀਬ ਹੈ ਤਾਂ ਇੱਥੋਂ ਤੱਕ ਮੈਂ ਦੇਖਿਆ ਆਪਣੀ ਅੱਖੀ ਵੀ ਕਿ ਨਹੀਂ ਤੁਸੀਂ ਤਾਂ ਰੋਜ਼ ਆ ਕੇ ਇੱਥੇ ਛਕਦੇ ਹੈਗੇ ਹੋ, ਸੋ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ। ਜਦ ਕਿ ਇਹ ਥਾਂ ਅਸਲ ਵਿੱਚ ਤਾਂ ਬਣੀ ਸੀ ਉਹਨਾਂ ਵਾਸਤੇ ਹੀ ਜਿਹਨਾਂ ਕਿ ਨਿਆਸਰਿਆਂ ਦੇ ਆਸਰੇ ਗੁਰੂ ਸਾਹਿਬ ਨੇ ਜਿਹੜੇ ਇਹ ਕਨਸੈਪਟ ਆਂਦਾ ਕਿ ਵੀ ਕਿਤੇ ਹੋਰ ਨਹੀਂ ਤੁਹਾਨੂੰ ਕੁਝ ਮਿਲਦਾ ਤੇ ਐਟਲੀਸਟ ਤੁਸੀਂ ਇੱਥੇ ਆ ਕੇ ਆਪਣਾ ਢਿੱਡ ਤਾਂ ਭਰ ਸਕਦੇ। ਬਿਲਕੁਲ ਜਿਹੜੇ ਲੰਗਰ ਸਨ, ਇਹ ਲੰਗਰ ਦੀ ਜੋ ਸੇਵਾ ਸੀ ਇਹ ਅਸਲ ਵਿੱਚ ਰੱਜਿਆਂ ਨੂੰ ਰਜਾਉਣ ਵਾਸਤੇ ਨਹੀਂ ਸੀ। ਇਹ ਉਹਨਾਂ ਲੋਕਾਂ ਵਾਸਤੇ ਸੀ ਜਿਹੜੇ ਲੋਕ ਕਿਸੇ ਤਰ੍ਹਾਂ ਦਾ ਜਿਨ੍ਹਾਂ ਕੋਲ ਕੋਈ ਆਸਰਾ ਕੋਈ ਸਹਾਰਾ ਨਹੀਂ ਸੀ। ਪਰ ਅਸੀਂ ਅੱਜ ਸਿਰਫ ਲੰਗਰ ਆਪਣਿਆਂ ਵਾਸਤੇ ਲਗਾ ਰਹੇ ਹਾਂ, ਅਸੀਂ ਹੋਰਨਾਂ ਵਾਸਤੇ ਨਹੀਂ ਲਗਾ ਰਹੇ। ਮੈਨੂੰ ਕੁਝ ਦਿਨ ਪਹਿਲਾਂ ਦੀ ਗੱਲ ਹੈ, ਇੱਥੇ ਇੱਕ ਬੱਚਾ ਛੋਟਾ ਜਿਹਾ, ਉਹਨੂੰ ਮੈਂ ਪੁੱਛਿਆ ਬੇਟਾ ਗੁਰਦੁਆਰੇ ਕੀ ਕਰਨ ਆਉਂਦੇ ਆ, ਤੇ ਉਸ ਬੱਚੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਮੰਮੀ ਕਹਿੰਦੀ ਗੁਰਦੁਆਰੇ ਲੰਚ ਕਰਨ ਜਾਈਦਾ। ਹੁਣ ਇੱਥੋਂ ਤੁਸੀਂ ਖੁਦ ਸਿੱਖ ਸਕਦੇ ਹੋ ਕਿ ਅੱਜ ਬੱਚੇ ਨੂੰ ਜੋ ਗੱਲ ਦੱਸੀ ਗਈ, ਜੋ ਕੁਝ ਮਾਤਾ ਪਿਤਾ ਘਰ ਵਿੱਚ ਕਰਦੇ ਨੇ ਗੱਲਾਂ, ਇਹਦਾ ਮਤਲਬ ਕਿ ਮਾਤਾ ਪਿਤਾ ਗੁਰਦੁਆਰੇ ਆਉਣਾ ਸਿਰਫ ਲੰਚ ਕਰਨਾ ਜਾਂ ਲੰਗਰ ਖਾਣ ਵਾਸਤੇ ਹੀ ਆਉਂਦੇ ਨੇ। ਪਰ ਜੋ ਅਸਲ ਉੱਥੇ ਗੱਲ ਸੀ ਉਸ ਨੂੰ ਨਹੀਂ ਸਮਝਿਆ। ਜੋ ਅੱਜ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਘਰ ਜਿਹੜਾ ਹੈ ਉਹ ਸਿਰਫ ਜਿੱਥੇ ਪੰਗਤ ਦੇ ਵਿੱਚ ਬੈਠ ਕੇ ਅਸੀਂ ਲੰਗਰ ਛਕਿਆ ਹੈ, ਉੱਥੇ ਸੰਗਤ ਦੇ ਵਿੱਚ ਬੈਠ ਕੇ ਅਸੀਂ ਸ਼ਬਦ ਵਿਚਾਰ ਨਾਲ ਵੀ ਜੁੜਨਾ ਹੈ ਅਤੇ ਉਹਦੇ ਵਿੱਚੋਂ ਸਿੱਖਣਾ ਹੈ। ਐਸਾ ਕਈ ਥਾਵਾਂ ਤੇ ਵੇਖਣ ਨੂੰ ਮਿਲਿਆ ਹੈ। ਮੈਂ ਉਸ ਗੁਰੂ ਘਰ ਦਾ ਨਾਮ ਨਹੀਂ ਲੈ ਸਕਦਾ, ਬੜਾ ਮਸ਼ਹੂਰ ਗੁਰੂ ਸਥਾਨ ਹੈ। ਮੇਰੇ ਖੁਦ ਦੇਖਣ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਉਹਨਾਂ ਸੇਵਾਦਾਰਾਂ ਦੇ ਮੁਤਾਬਕ ਕਿ ਰੋਜ਼ ਪ੍ਰਸ਼ਾਦਾ ਛਕਣ ਆਉਂਦੇ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਤੁਸੀਂ ਬਾਹਰ ਕਿਉਂ ਕਰ ਰਹੇ ਹੋ, ਇਹਨਾਂ ਨੂੰ ਅੰਦਰ ਲੰਗਰ ਹਾਲ ਵਿੱਚ ਬੈਠਣ ਕਿਉਂ ਨਹੀਂ ਦਿੰਦੇ? ਤਾਂ ਉਹਨਾਂ ਆਖਿਆ, ਕਹਿੰਦੇ ਜੀ ਇਹ ਬੰਦੇ ਰੋਜ਼ ਆ ਜਾਂਦੇ ਨੇ ਪ੍ਰਸ਼ਾਦਾ ਛਕਣ। ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਕਿਹੜਾ ਤੁਹਾਡੇ ਘਰ ਦਾ ਛਕਦੇ ਨੇ, ਇਹ ਗੁਰੂ ਨਾਨਕ ਦੇ ਘਰ ਦਾ ਛਕਦੇ ਨੇ। ਜੇ ਤੁਹਾਡਾ ਛਕਦੇ ਨੇ ਤਾਂ ਤੁਸੀਂ ਰੋਕ ਲਓ ਇਹਨਾਂ ਨੂੰ। ਤੇ ਕਹਿੰਦੇ ਜੀ ਨਹੀਂ, ਸਾਨੂੰ ਹੁਕਮ ਹੋਇਆ ਪ੍ਰਬੰਧਕ ਕਮੇਟੀ ਵੱਲੋਂ ਕਿ ਇਹਨਾਂ ਬੰਦਿਆਂ ਨੂੰ ਅੰਦਰ ਨਹੀਂ ਆਉਣ ਦੇਣਾ। ਤੇ ਆਹ ਹਾਲ ਸਾਡੀ ਸੰਸਥਾਵਾਂ ਦੇ ਹੋਏ ਨੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਕੀ ਸਿੱਖੀ ਸਿਧਾਂਤਾਂ ਦੀ ਗੱਲ ਕਰ ਸਕਾਂਗੇ, ਕਿਉਂਕਿ ਪ੍ਰਬੰਧਕੀ ਢਾਂਚਾ ਵੀ ਸਾਡਾ ਵਿਗੜਿਆ ਹੋਇਆ ਹੈ ਤੇ ਉਹ ਜਿਹੜੇ ਸੇਵਾਦਾਰ ਨੇ ਫਿਰ ਸੇਵਾਦਾਰ ਵੀ ਤੇ ਉਹਨਾਂ ਅਨੁਸਾਰ ਹੀ ਚੱਲਣਗੇ। ਐਸਾ ਇੱਕ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਹੈ ਕਿ ਜੇ ਕੋਈ ਬੰਦਾ ਜਿਹੜਾ ਕਲੀਨ ਸ਼ੇਵ ਹੈ, ਉਹਦੇ ਕੋਲ ਰੁਮਾਲ ਨਹੀਂ ਹੈ, ਤੇ ਸੇਵਾਦਾਰ ਉਹਨੂੰ ਪਿਆਰ ਨਾਲ ਕਹਿਣ ਦੀ ਬਜਾਏ ਉਹਦੇ ਸਿਰ ਦੇ ਵਿੱਚ ਡਾਂਗ ਮਾਰ ਕੇ ਕਹਿੰਦਾ ਕਿ ਤੂੰ ਰੁਮਾਲ ਬੰਨ੍ਹ ਕੇ ਕਿਉਂ ਨਹੀਂ ਆਇਆ। ਉਹ ਜਦੋਂ ਉਹਦੇ ਸਿਰ ਵਿੱਚ ਜ਼ੋਰ ਨਾਲ ਵੱਜਦੀ ਹੈ ਤੇ ਉਹ ਵਿਚਾਰਾ ਦੁਬਾਰਾ ਗੁਰਦੁਆਰੇ ਨਹੀਂ ਆਉਂਦਾ। ਉਹ ਕਹਿੰਦਾ ਗੁਰਦੁਆਰੇ ਤੇ ਡਾਂਗਾਂ ਪੈਂਦੀਆਂ ਨੇ, ਅਸੀਂ ਗੁਰਦੁਆਰੇ ਜਾ ਕੇ ਕੀ ਕਰਨਾ। ਜਦ ਕਿ ਚਾਹੀਦਾ ਤੇ ਅਸੀਂ ਉਹਨੂੰ ਪਿਆਰ ਨਾਲ ਕਿਹਾ ਜਾਂਦਾ, ਭਾਈ ਇੱਥੇ ਸਤਿਕਾਰ ਵਾਸਤੇ ਤੁਸੀਂ ਗੁਰੂ ਸਾਹਿਬ ਦੇ ਸਤਿਕਾਰ ਲਈ ਆਪਣੇ ਸਿਰ ਤੇ ਰੁਮਾਲ ਬੰਨ੍ਹ ਕੇ ਆਓ। ਇੰਨੀ ਗੱਲ ਸੀ। ਜਦੋਂ ਉਹਦੇ ਸਿਰ ਤੇ ਮਾਰ ਦਿੱਤਾ ਗਿਆ, ਉਹ ਵਿਚਾਰਾ ਉਸ ਤੋਂ ਬਾਅਦ ਗੁਰਦੁਆਰੇ ਕਦੇ ਨਹੀਂ ਆਇਆ। ਸਹੀ ਕਿਹਾ ਜੀ ਤੁਸੀਂ, ਕਿਉਂਕਿ ਭਾਈ ਘਨੇਰੇ ਦਾ ਅਸੀਂ ਦੇਖਦੇ ਹਾਂ ਜ਼ਿਕਰ, ਜਦੋਂ ਅਸੀਂ ਇਤਿਹਾਸ ਵਿੱਚੋਂ ਲੈ ਕੇ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ, ਦੇਖਦੇ ਹਾਂ,
ਤਾਂ ਇੱਕ ਸੇਵਾ ਦਾ ਪ੍ਰਤੀਕ ਸੀ ਉਹ। ਜੀ ਜੀ ਜਿਸ ਤਰ੍ਹਾਂ ਤੁਸੀਂ ਭਗਤ ਪੂਰਨ ਸਿੰਘ ਦੀ ਜੀ। ਗੱਲ ਕੀਤੀ, ਹੋਰ ਬਹੁਤ ਐਸੇ ਸਾਡੇ ਕੌਮ ਦੇ ਵਿੱਚ ਮਹਾਂਪੁਰਖ ਹੋਏ ਨੇ ਜੀ। ਜਿਨ੍ਹਾਂ ਨੇ ਕਿ ਵਾਕਈ 'ਚ ਸੇਵਾ ਕੀਤੀ, ਨਿਸ਼ਕਾਮ ਸੇਵਾ ਜੀ। ਕੀਤੀ। ਹੁਣ ਇਹ ਸਾਰੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਐਜ਼ ਅ ਪ੍ਰਚਾਰਕ ਤੁਸੀਂ ਕੀ ਸਮਝਦੇ ਹੋ, ਕੀ ਕਰਨ ਦੀ ਲੋੜ ਹੈ ਜਿਸ ਨਾਲ ਕਿ ਉਸ ਮਾਨਸਿਕਤਾ ਵਿੱਚ ਬਦਲਾਅ ਆਵੇ, ਜਿਹਦੇ ਨਾਲ ਕਿ ਮੁੜ ਤੋਂ ਜੋ ਗੁਰੂ ਦਾ ਸਿਧਾਂਤ ਸੀ, ਸੇਵਾ ਦਾ ਕਨਸੈਪਟ ਸੀ, ਉਸ ਨੂੰ ਅਸੀਂ ਸਮਝ ਸਕੀਏ? ਅੱਜ ਸਾਨੂੰ ਇਸ ਗੱਲ ਵਿੱਚ ਸੁਧਾਰ ਲਿਆਉਣ ਵਾਸਤੇ ਕੁਝ ਸਾਨੂੰ ਆਪਣੇ ਆਪ ਨੂੰ ਠੀਕ ਕਰਨਾ ਪਏਗਾ। ਜਿੱਥੇ ਅਸੀਂ ਵੱਧ ਤੋਂ ਵੱਧ ਜ਼ੋਰ ਦੇ ਰਹੇ ਹਾਂ ਅਖੰਡ ਪਾਠ ਕਰਵਾਉਣ ਤੇ, ਸਹਿਜ ਪਾਠ ਕਰਵਾਉਣ ਤੇ, ਬਾਣੀ ਪੜ੍ਹਨਾ ਮਾੜਾ ਨਹੀਂ ਹੈ। ਅਖੰਡ ਪਾਠ ਕਰਵਾਉਣਾ, ਸਹਿਜ ਪਾਠ ਕਰਵਾਉਣਾ ਜਾਂ ਬਾਣੀ ਪੜ੍ਹਨਾ ਇਹ ਕੋਈ ਮਾੜਾ ਕਰਮ ਨਹੀਂ, ਬਹੁਤ ਚੰਗਾ ਕਰਮ ਹੈ। ਪਰ ਜੇ ਅਸੀਂ ਗੁਰਬਾਣੀ ਵਿੱਚੋਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਨਹੀਂ ਢਾਲਦੇ, ਉਸ ਅਨੁਸਾਰ ਨਹੀਂ ਚੱਲਦੇ, ਤਾਂ ਸਾਡਾ ਕੀਤਾ ਹੋਇਆ ਇਹ ਪਾਠ, ਇਹ ਕਰਮ, ਇਹ ਕੋਈ ਮਾਇਨੇ ਨਹੀਂ ਰਖਾਉਂਦਾ ਹੈ। ਇਹਦੀ ਕੋਈ ਵੈਲਿਊ ਨਹੀਂ ਹੈ ਜੇ ਅਸੀਂ ਗੁਰੂ ਦੀ ਬਾਣੀ ਅਨੁਸਾਰ, ਗੁਰ ਸ਼ਬਦ ਅਨੁਸਾਰ ਆਪਣਾ ਜੀਵਨ ਨਹੀਂ ਢਾਲਾਂਗੇ। ਇਸ ਲਈ ਅੱਜ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਆਧਾਰ ਬਣਾ ਕੇ ਜਿਉਣਾ ਚਾਹੀਦਾ ਹੈ। ਸਾਨੂੰ ਕਿਸੇ ਬੰਦੇ ਵੱਲ ਨਹੀਂ ਵੇਖਣਾ ਚਾਹੀਦਾ ਕਿ ਫਲਾਣਾ ਇਸ ਤਰ੍ਹਾਂ ਸੇਵਾ ਕਰਦਾ ਹੈ ਜਾਂ ਫਲਾਣਾ ਪ੍ਰਚਾਰਕ ਇਸ ਤਰ੍ਹਾਂ ਬੋਲਦਾ ਹੈ ਜਾਂ ਫਲਾਣੇ ਸੰਤ ਮਹਾਂਪੁਰਖ ਇਸ ਤਰ੍ਹਾਂ ਕਹਿੰਦੇ ਨੇ। ਸਾਨੂੰ ਅੱਜ ਕਿਸੇ ਵੱਲ ਵੇਖਣ ਦੀ ਲੋੜ ਨਹੀਂ। ਸਾਨੂੰ ਅੱਜ ਸਿਰਫ ਤੇ ਸਿਰਫ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ, ਕਿਉਂਕਿ ਗੁਰਬਾਣੀ ਹੀ ਸਾਡੀ ਜੀਵਨ ਦਾ, ਜੋ ਜੀਵਨ ਨੂੰ ਸਵਾਰਨ ਦਾ ਇੱਕੋ ਇੱਕ ਜ਼ਰੀਆ, ਇੱਕੋ ਇੱਕ ਸਾਧਨ ਹੈ। ਇਸੇ ਕਰਕੇ ਵਿਦਵਾਨ ਗੁਰਬਾਣੀ ਨੂੰ ਗੁਰਬਾਣੀਜ਼ ਵੇ ਆਫ ਲਾਈਫ ਕਹਿੰਦੇ ਨੇ। ਤੇ ਇਸ ਲਈ ਸਾਨੂੰ ਅੱਜ ਉਸ ਨੂੰ ਜੀਵਨ ਜਾਚ ਦੇ ਤੌਰ ਤੇ ਅਪਣਾਉਣਾ ਚਾਹੀਦਾ ਹੈ, ਤਾਂ ਸਾਡਾ ਅਤੇ ਸਾਰਿਆਂ ਦਾ ਜੀਵਨ ਜਿਹੜਾ ਹੈ ਉਹ ਸਵਰ ਸਕਦਾ ਹੈ। ਜੀ ਸਹੀ ਕਿਹਾ ਜੀ, ਕਿਉਂਕਿ ਅੱਜ ਤਾਂ ਅਸੀਂ ਸੇਵਾ ਦਾ ਵਰਡ ਨੂੰ ਇੰਨਾ ਨੀਵਾਂ ਕਰਤਾ ਕਿ ਅੱਜ ਇੱਕ ਸਿਆਸਤਦਾਨ ਵੀ ਇਹ ਕਹਿੰਦਾ ਜੀ ਮੈਂ ਤਾਂ ਸੇਵਾ ਕਰ ਰਿਹਾ ਜੀ, ਜਾਂ ਹੋਰ ਵੀ ਅਸੀਂ ਸੇਵਾਦਾਰ ਤਾਂ ਖਵਾਉਂਦੇ ਹਾਂ ਗੁਰਦੁਆਰਿਆਂ ਵਿੱਚ ਜਾਂ ਹੋਰ ਆਰਗੇਨਾਈਜੇਸ਼ਨਸ 'ਚ, ਲੇਕਿਨ ਕਿੰਨਾ ਕੁ ਭਾਵ ਹੈ ਸਾਡੇ 'ਚ ਉਸ ਸੇਵਾ ਦਾ, ਇਹ ਸਭ ਨੂੰ ਪਤਾ ਹੈ। ਲੇਕਿਨ ਇਹਦੇ ਵਿੱਚੋਂ ਪਰਿਵਰਤਨ, ਉਹ ਸੋਚ ਲਿਆਉਣ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਆਪ ਤੋਂ ਸ਼ੁਰੂਆਤ ਕਰਨਾ ਪਏਗਾ। ਬਿਲਕੁਲ ਬਿਲਕੁਲ। ਨਾਲ ਤੁਸੀਂ ਸ਼ੁਰੂਆਤ ਵਿੱਚ ਜਿਹੜੀ ਗੱਲ ਕੀਤੀ ਸੀ ਕਿ ਵਾਹਿਗੁਰੂ ਤਾਂ ਹਰ ਇੱਕ ਮਨੁੱਖ 'ਚ ਵਸਦਾ ਹੈ, ਪਰ ਅੱਜ ਅਗੇਨ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਇੱਕ ਵਿਅਕਤੀ, ਇਹਨਾਂ ਮੁਲਕਾਂ ਦਾ ਮੈਂ ਜ਼ਿਕਰ ਕਰਾਂਗਾ ਕਿ ਅਸੀਂ ਕਹਿੰਦੇ ਸੀ ਜੀ ਡਿਸਕ੍ਰਿਮੀਨੇਸ਼ਨ ਹੁੰਦੀ, ਅੱਜ ਡਿਸਕ੍ਰਿਮੀਨੇਸ਼ਨ ਕੋਈ ਬਾਹਰੋਂ ਨਹੀਂ ਹੁੰਦੀ। ਅੱਜ ਤਾਂ ਅਸੀਂ ਆਪਣੇ ਭਰਾਵਾਂ ਦੇ ਗਲੇ ਕੱਟ ਰਹੇ ਹਾਂ, ਉਹਨਾਂ ਦੇ ਨਾਲ ਹੇਰਾ ਫੇਰੀਆਂ ਕਰ ਰਹੇ ਹਾਂ, ਉਹਨਾਂ ਦਾ ਹੱਕ ਮਾਰ ਰਹੇ ਹਾਂ। ਤੇ ਫਿਰ ਜਦੋਂ ਕੋਈ ਗੁਰਪੁਰਬ ਆਉਂਦਾ ਹੈ ਜਾਂ ਕੋਈ ਨਗਰ ਕੀਰਤਨ ਆਉਂਦਾ ਹੈ ਤਾਂ ਅਸੀਂ ਵੱਡੇ ਵੱਡੇ ਲੰਗਰ ਲਾ ਕੇ ਉਹਦੇ ਸੇਵਾ ਕਰ ਰਹੇ ਹੁੰਦੇ ਹਾਂ। ਤਾਂ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਚੀਜ਼ ਵੱਲ ਜੇਕਰ ਅਸੀਂ ਧਿਆਨ ਦੇਵਾਂਗੇ, ਸੋਚਾਂਗੇ, ਤਾਂ ਉਸ ਨਾਲ ਯਕੀਨਨ ਤੌਰ 'ਤੇ ਕੋਈ ਪਰਿਵਰਤਨ ਆਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਭਾਈ ਬਲਜੀਤ ਸਿੰਘ ਜੀ ਧੰਨਵਾਦ ਨੇ ਜੋ ਗੱਲਬਾਤ ਕੀਤੀ ਗਈ, ਇਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣਾ ਪਏਗਾ। ਅੱਜ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਕੀ ਉਸ ਤੋਂ ਅਸੀਂ ਕੁਝ ਵਾਕਫ ਹੋ ਰਹੇ ਹਾਂ ਜਾਂ ਅਸੀਂ ਵੀ ਸਿਰਫ ਲੋਕ ਕੀ ਕਹਿਣਗੇ ਉਸ ਨੂੰ ਮੁੱਖ ਰੱਖ ਕੇ ਕੁਝ ਕਰ ਰਹੇ ਹਾਂ? ਸੇਵਾ ਦਾ ਮਤਲਬ ਸੀ ਕਿ ਅੰਦਰੋਂ ਅਸੀਂ ਨਿਸ਼ਕਾਮ ਸੇਵਾ ਕਰੀਏ, ਕਿਸੇ ਦਾ ਭਲਾ ਕਰ ਸਕੀਏ। ਪਰ ਅੱਜ ਜੇਕਰ ਇਹ ਨਹੀਂ ਹੋ ਰਿਹਾ ਤਾਂ ਗੁਰਬਾਣੀ ਸਾਨੂੰ ਇਹ ਉਪਦੇਸ਼ ਕਰਦੀ ਹੈ ਕਿ ਅਸੀਂ ਸਵੈ ਪੜਚੋਲ ਕਰੀਏ ਤੇ ਇੱਥੋਂ ਸ਼ੁਰੂਆਤ ਕਰੀਏ ਕਿ ਵਾਕਿਆ 'ਚ ਹੀ ਸੇਵਾ ਤਦ ਹੋਏਗੀ ਕਿਸੇ ਦੀ ਗੁਰਦੁਆਰੇ ਵਿੱਚ ਹੀ ਕਰੀਏ, ਬਿਲਕੁਲ ਬਹੁਤ ਵਧੀਆ ਗੱਲ ਹੈ, ਲੇਕਿਨ ਬਾਹਰ ਨਿਕਲ ਕੇ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ 'ਤੇ ਅਸੀਂ ਐਜ਼ ਅ ਵਲੰਟੀਅਰ ਕੰਮ ਕਰ ਸਕਦੇ ਹਾਂ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਕੈਂਸਰ ਸੁਸਾਇਟੀਜ਼ ਨੇ, ਬਲੱਡ ਡੋਨੇਸ਼ਨ ਕੈਂਪਸ ਲੱਗਦੇ ਨੇ ਜਾਂ ਹੋਰ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੈ, ਕੀ ਉੱਥੇ ਅਸੀਂ ਜਾ ਕੇ ਕਦੀ ਆਪਣਾ ਸਮਾਂ ਕੱਢਦੇ ਹਾਂ? ਸੋ ਸਿਰਫ ਮਾਇਆ ਨਾਲ ਹੀ ਸੇਵਾ ਨਹੀਂ ਕਰ ਸਕਦੇ, ਹੋਰ ਵੀ ਬਹੁਤ ਸਾਰੇ ਤਰੀਕੇ ਨੇ, ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ। ਆਓ ਸਾਰੇ ਯਤਨ ਕਰੀਏ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਫੀਡਬੈਕ ਲਈ 604 603 75 55 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਧੰਨਵਾਦੀ ਅਸੀਂ ਆਪਣੇ ਸਪਾਂਸਰਸ ਦੇ, ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਜੇਕਰ ਕਿਸੇ ਵਜ੍ਹਾ ਨਾਲ ਇਹ ਪ੍ਰੋਗਰਾਮਸ ਤੁਸੀਂ ਨਹੀਂ ਦੇਖ ਸਕੇ ਤਾਂ youtube.com/harpreet Singh show ਤੇ ਜਾ ਕੇ ਵੀ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।